ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਦੇਸ਼ ਦੀ ਇਕਨੋਮੀ ਦੇ ਵਿੱਚ ਸਭ ਤੋਂ ਵੱਡਾ ਰੋਲ ਫਾਈਨਾਂਸ ਕੰਪਨੀਆਂ ਦਾ ਹੈ, ਕਿਉਂਕਿ ਫਾਈਨਾਂਸ ਕੰਪਨੀ ਮੁੱਢ ਹੁੰਦੀ ਹੈ ਕਿਸੇ ਵੀ ਇੰਡਸਟਰੀ ਨੂੰ ਖੜਾ ਕਰਨ ਦੇ ਵਿੱਚ। ਤਾਂ ਇਸ ਵੇਲੇ ਲਾਕਡਾਊਨ ਚੱਲ ਰਿਹਾ ਹੈ ਤੇ ਕੀ ਹਾਲਾਤ ਨੇ ਫਾਈਨਾਂਸ ਕੰਪਨੀ ਦੇ, ਇਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਪੁਰਾਣੀ ਕੰਪਨੀ 62 ਸਾਲ ਪੁਰਾਣੀ ਕੰਪਨੀ PKF ਦੇ MD ਅਲੋਕ ਸੋਂਧੀ ਜੀ ਸਾਡੇ ਨਾਲ ਹੈਗੇ ਆ। ਇਹਨਾਂ ਦਾ ਤਜਰਬਾ ਕਾਫੀ ਲੰਬਾ ਆ, ਸਮਝਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਕੋਲੋਂ ਕਿ ਅਸਲ ਦੇ ਵਿੱਚ ਫਾਈਨਾਂਸ ਕੰਪਨੀਜ਼ ਦਾ ਕੀ ਇਸ ਵੇਲੇ ਮੌਜੂਦਾ ਹਾਲਾਤ ਹੈਗੇ ਆ। ਸੋਂਧੀ ਸਾਹਿਬ, ਸਭ ਤੋਂ ਪਹਿਲਾਂ ਤਾਂ ਦੈਨਿਕ ਸਵੇਰਾ ਦੇ ਉੱਪਰ ਸਵਾਗਤ। नमस्ते जी, बड़ी खुशी हुई तुसी आए हो। दैनिक सवेरा बड़ा यूजफुल रोल स्पैशली अजकल कोविड-19 ਦੇ ਵਿੱਚ बड़ा रोल प्ले करती। मैं इंटरव्यूज़ देखता रहना तुसी और बड़े अच्छे पॉइंट्स इंडस्ट्रियलिस्ट हाईलाइट करते और DC साहब, कमिश्नर साहब, तुसी बड़ा अच्छा रोल प्ले कर रहे हो। आई मस्ट कॉम्पलीमेंट ਤੁਹਾਡੇ MD मिस्टर शीतल विज एंड ਤੁਹਾਡੀ ਸਾਰੀ ਟੀਮ ਨੂੰ ਕਿ दैनिक सवेरा इज़ डूइंग अ ग्रेट जॉब। ਧੰਨਵਾਦ। ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ 62 ਸਾਲ ਪੁਰਾਣੀ ਕੰਪਨੀ ਹੈ ਤੇ ਤੁਹਾਡਾ ਕਾਫੀ ਇਸ ਲਾਈਨ ਦੇ ਵਿੱਚ ਲੰਬਾ ਤਜਰਬਾ। ਮੌਜੂਦਾ ਹਾਲਾਤਾਂ ਦੀ ਗੱਲ ਕਰਾਂ ਤਾਂ ਇਸ ਵੇਲੇ ਫਾਈਨਾਂਸ ਕੰਪਨੀਆਂ ਜਾਂ ਫਾਈਨਾਂਸ ਇੰਡਸਟਰੀ ਕਿੱਥੇ ਕੁ ਖੜੀ ਹੈ? ਮਨਦੀਪ, ਜਿੱਥੇ ਸਾਰੇ ਹੈਗੇ ਉੱਥੇ ਅਸੀਂ ਹੈਗੇ, ਕਿਉਂਕਿ ਬੈਂਕਸ ਔਰ ਫਾਈਨੈਂਸ ਕੰਪਨੀਜ਼ ਆਰ ਟੋਟਲੀ ਡਿਪੈਂਡੈਂਟ ਔਨ ਕੰਜ਼ਿਊਮਰਸ। ਇੰਡਸਟਰੀ 'ਤੇ ਡਿਪੈਂਡ ਕਰਦਾ ਹੈ ਐਗਰੀਕਲਚਰ। ਜੇ ਐਗਰੀਕਲਚਰ ਜਾਂ ਇੰਡਸਟਰੀ ਦੇ ਹਾਲਾਤ ਮਾੜੇ ਹੋ ਗਏ ਤਾਂ ਓਬਵੀਅਸਲੀ ਫਾਈਨੈਂਸ ਕੰਪਨੀਆਂ ਦੇ ਵੀ ਹਾਲ ਉਹਦੇ ਮੁਤਾਬਿਕ ਹੀ ਹੋਣਗੇ ਐਂਡ ਸੇਮ ਵਿਦ ਬੈਂਕਸ। ਸੋ ਅੱਜ ਕੱਲ੍ਹ ਦੇ ਜ਼ਮਾਨੇ, ਅੱਜ ਜੋ ਕੋਵਿਡ ਦਾ ਮਾਰਚ ਦੇ ਵਿੱਚ ਹੀ ਸਟਾਰਟ ਹੋਇਆ ਜਾਂ ਇੰਟਰਨੈਸ਼ਨਲੀ ਸ਼ਾਇਦ ਦਸੰਬਰ ਤੋਂ ਸ਼ੁਰੂ ਹੋਇਆ, ਬਟ ਇੰਡੀਅਨ ਇਕੋਨਮੀ ਦਾ 2 ਸਾਲਾਂ ਤੋਂ ਬੜਾ ਬੁਰਾ ਹਾਲ ਹੈ। ਔਰ GDP ਜਿਹੜੀ ਕਿਸ ਜ਼ਮਾਨੇ 'ਚ ਅਸੀਂ 8-9% ਦੀ ਗੱਲ ਕਰ ਰਹੇ ਸੀਗੇ, ਕੋਵਿਡ ਤੋਂ ਪਹਿਲੇ ਹੀ IMF ਨੇ ਔਰ ਵਰਲਡ ਬੈਂਕ ਨੇ 4% ਦੀ 5% ਦੀ ਪ੍ਰੋਜੈਕਸ਼ਨ ਸ਼ੁਰੂ ਕਰਤੀ ਸੀ। ਰਿਜ਼ਰਵ ਬੈਂਕ ਆਲਸੋ ਸੈੱਟ ਕਿ 5%। ਹੁਣ ਤਾਂ 0% ਵੀ ਹੋ ਜਾਵੇ GDP ਗਰੋਥ ਤਾਂ ਬਹੁਤ ਵੱਡੀ ਗੱਲ ਹੈ। ਸੋ ਫਾਈਨੈਂਸ ਕੰਪਨੀਜ਼ ਦਾ ਵੀ ਉਹੀ ਹਾਲ ਅੱਜ ਕੱਲ੍ਹ, ਕਿਉਂਕਿ ਗੌਰਮੈਂਟ ਨੇ ਇੱਕ ਪਾਸੇ ਕਿਹਾ ਹੈ ਕਿ ਤੁਸੀਂ ਮੋਨੀਟਰਿੰਗ ਕਸਟਮਰਸ ਨੂੰ ਦਿਓ। ਅਸੀਂ ਉਹਨਾਂ ਨੂੰ ਗੌਰਮੈਂਟ ਡਾਇਰੈਕਸ਼ਨ ਆਉਣ ਤੋਂ ਪਹਿਲੇ ਹੀ ਅਸੀਂ ਨਾਟ ਕੋਵਿਡ ਕਰਕੇ ਅਸੀਂ ਜਦੋਂ ਵੀ ਕੋਈ ਬੰਦਾ ਹੁੰਦਾ, ਜਿੱਦਾਂ 2 ਸਾਲ ਇਕੋਨਮੀ 'ਚ ਬੰਦਾ ਸੀ, ਅਸੀਂ ਪਹਿਲੇ ਵੀ ਲੋਕਾਂ ਨੂੰ ਰੇਟ ਆਫ ਇੰਟਰਸਟ ਦੇ ਵਿੱਚ ਬੜੀ ਛੋਟ ਦਿੱਤੀ ਗਈ ਸੀਗੀ। ਹੁਣ ਤਾਂ ਜ਼ਿਆਦਾ ਅਸੀਂ ਕਿਹਾ ਸੀ, ਉਹਨਾਂ ਨੂੰ ਕਿਹਾ ਤੁਸੀਂ ਪੈਸੇ ਦਿਓ, ਰੇਟ ਆਫ ਇੰਟਰਸਟ ਇਜ਼ ਨਾਟ। ਜਿੰਨਾ ਅਸੀਂ ਓਵਰਡਿਊ 'ਤੇ ਇੰਟਰਸਟ ਲਗਾਇਆ ਸੀ ਉਹਦਾ 50% ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਨਾ ਦਿਓ। ਪਰ ਜਿਹੜੇ ਸੁਪਰ A ਕਲਾਸ ਕਲਾਇੰਟਸ ਜਿਹੜੇ ਹੁਣ ਵੀ ਹਾਲੇ ਕਈ ਕਲਾਇੰਟਸ ਹੈਗੇ ਜਿਹੜੇ ਹਾਲੇ ਵੀ ਪੇ ਕਰਦੇ ਪਏ, ਉਹਨਾਂ ਨੂੰ ਅਸੀਂ ਕਿਹਾ ਤੁਸੀਂ ਜੋ ਸਾਨੂੰ ਬੈਂਕ ਕਾਸਟ ਕਰਦਾ 9-10% ਉਹਨੇ ਵੀ ਦੇ ਦਿਓ ਸਾਨੂੰ, ਉਹ ਵੀ ਠੀਕ ਹੈ। ਸੋ ਬੇਸਿਕਲੀ ਅੱਜ ਦੀ ਡੇਟ 'ਚ ਅਸੀਂ ਸਮਝਦੇ ਹਾਂ ਕਿ ਜੇ ਸਾਡਾ ਕਸਟਮਰ ਜਾਂ ਇੰਡਸਟਰੀਅਲਿਸਟ ਜਾਂ ਇਹ ਟਰਾਂਸਪੋਰਟਰ ਕਾਇਮ ਹੈ ਤਾਂ ਅਸੀਂ ਕਾਇਮ ਹੈ। ਤੇ ਜੇ ਉਹਨਾਂ ਦਾ ਹੀ ਹਾਲ ਮਾੜਾ ਹੈ ਤਾਂ ਅੱਜ ਦੀ ਡੇਟ ਦੇ ਵਿੱਚ ਇੰਟਰਸਟ ਇਜ਼ ਨਾਟ ਦੀ ਫੈਕਟਰ। ਅੱਜ ਦੀ ਡੇਟ ਦੇ ਵਿੱਚ ਤਾਂ ਆਕਸੀਜਨ ਕਿੱਦਾਂ ਦੇ ਸਕਦੇ ਹਾਂ, ਐਜ਼ ਏ ਫਾਈਨੈਂਸ ਕੰਪਨੀ ਅਸੀਂ ਪੂਰਾ ਆਪਣਾ ਰੋਲ ਸਮਝਦੇ ਹਾਂ। ਔਰ 63 ਸਾਲ ਦੇ ਵਿੱਚ ਜੇ ਅਸੀਂ ਸਰਵਾਈਵ ਕੀਤਾ, ਉਹ ਇਸ ਕਰਕੇ ਸਰਵਾਈਵ ਕੀਤਾ ਕਿ ਸਾਡੇ ਵਾਸਤੇ ਕਸਟਮਰ ਇਜ਼ ਗੋਡ। ਕਸਟਮਰ ਦਾ ਭਲਾ ਅਸੀਂ ਸੋਚੀਦਾ। ਸੋ ਫਾਈਨੈਂਸ ਕੰਪਨੀਜ਼ ਪਲੇ ਅ ਵੈਰੀ ਵੈਰੀ ਬਿਗ ਰੋਲ। ਜਿਵੇਂ ਤੁਸੀਂ ਕਿਹਾ ਕਿ 2 ਸਾਲ ਤੋਂ ਹੀ ਅਸੀਂ ਇਹ ਚੀਜ਼ਾਂ ਜਿਹੜੀਆਂ ਨੇ ਛੂਟ ਦੇ ਰਹੇ ਹਾਂ। ਮਾਰਚ ਦੇ ਮਹੀਨੇ ਤੋਂ ਪਹਿਲਾਂ ਫਾਈਨਾਂਸ ਕੰਪਨੀਜ਼ ਦੇ, ਮੈਂ ਇਕੱਲੀ ਤੁਹਾਡੀ ਕੰਪਨੀ ਦੀ ਗੱਲ ਕਰੂੰਗਾ, ਕਿਹੜੀਆਂ ਪਾਲਿਸੀਜ਼ 'ਤੇ ਤੁਸੀਂ ਫਾਈਨਾਂਸ ਜਿਹੜਾ ਸੀ ਕਰਦੇ ਸੀ? ਤਾਂ ਹੁਣ ਮੈਨੂੰ ਲੱਗਦਾ ਕਿ ਸਮਾਂ ਚੇਂਜ ਹੋ ਜਾਊਗਾ ਜਦੋਂ ਲਾਕਡਾਊਨ ਖਤਮ ਹੋਊਗਾ, ਤਾਂ ਫਿਰ ਕੀ ਪਲੈਨਿੰਗਸ ਹੈਗੀਆਂ ਨੇ ਫਾਈਨਾਂਸ ਕੰਪਨੀਜ਼ ਤੋਂ? ਐਵੇਂ ਕਿ ਤੁਸੀਂ ਜੇ ਡਾਟਾ ਦੇਖੋ, ਪਿਛਲੇ 2 ਸਾਲਾਂ 'ਚ ਆਟੋਮੋਬਾਈਲ ਸਪੈਸ਼ਲੀ ਹੈਵੀ ਕਮਰਸ਼ੀਅਲ ਵਾਹੀਕਲ ਆਲਮੋਸਟ 40% ਸੇਲ ਡਾਊਨ ਹੋ ਗਈ ਹੈ ਪਿਛਲੇ 2 ਸਾਲਾਂ ਵਿੱਚ। ਉਹ ਕੋਵਿਡ ਕਰਕੇ ਤਾਂ ਹੁਣ 0% ਰਹਿ ਗਈ ਹੈ। ਵੱਡੀ ਵੱਡੀ ਫੈਕਟਰੀਆਂ ਬੰਦ ਹੈ। ਇਨਫੈਕਟ ਪਿਛਲੇ 6 ਮਹੀਨੇ ਸਾਲ ਤੋਂ ਟਾਟਾ, ਲੇਲੈਂਡ ਜਿਹੜੀ ਵੱਡੀਆਂ ਮਹਿੰਦਰਾ ਕੰਪਨੀਆਂ ਨੇ ਆਪਣੀ ਪ੍ਰੋਡਕਸ਼ਨ ਆਲਮੋਸਟ 50% ਤੋਂ ਵੀ ਘੱਟ ਕਰ ਦਿੱਤੀ ਹੋਈ ਸੀ। ਸੋ ਆਉਣ ਵਾਲੇ ਵਕਤ ਦਾ ਹਾਲੇ ਕੁਝ ਕਹਿ ਨਹੀਂ ਸਕਦੇ, ਪਰ ਮੈਨੂੰ ਇੰਨਾ ਤਾਂ ਪਤਾ ਹੈ ਕਿ ਜੋ ਹਾਲਾਤ ਹੁਣ ਹੋਏ ਆ, ਈਵਨ ਗੌਰਮੈਂਟ ਇਜ਼ ਡੂਇੰਗ ਅ ਗੁੱਡ ਜੌਬ। ਲਾਕਡਾਊਨ ਹੌਲੀ ਹੌਲੀ ਰਿਲੈਕਸ ਕਰਦੇ ਪਏ ਆ, ਕਿਉਂਕਿ ਹੋਰ ਸੋਲੂਸ਼ਨ ਨਹੀਂ ਹੈ। ਲਾਕਡਾਊਨ ਖੋਲ੍ਹਣਾ ਹੀ ਪੈਣਾ ਹੈ, ਕਿਉਂਕਿ ਮਿਸਟਰ ਨਾਰਾਇਣ ਮੂਰਤੀ ਨੇ, ਇਨਫੋਸਿਸ ਵਾਲਿਆਂ ਨੇ ਕਿਹਾ ਸੀ ਕਿ ਹਿੰਦੁਸਤਾਨ 'ਚ ਮੇਨ ਡਰ ਕੋਵਿਡ ਦਾ ਇੰਨਾ ਨਹੀਂ, ਜ਼ਿਆਦਾ ਅਨਐਮਪਲੋਇਮੈਂਟ ਕਰਕੇ ਔਰ ਭੁੱਖਮਾਰੀ ਕਰਕੇ ਲੋਕਾਂ ਦੀ ਡੈਥ ਜ਼ਿਆਦਾ ਹੋਣੀ ਹੈ। ਸੋ ਆਈ ਥਿੰਕ ਇਟਸ ਵੈਰੀ ਗੁੱਡ ਰਿਅਲਾਈਜੇਸ਼ਨ ਸੈਂਟਰ ਦੇ ਉੱਤੇ ਵੀ ਔਰ ਸਾਡੇ ਪੰਜਾਬ ਲੈਵਲ 'ਤੇ ਵੀ ਗੌਰਮੈਂਟ ਦੇ ਉੱਤੇ। ਔਰ ਮੈਂ ਕੰਪਲੀਮੈਂਟ ਕਰਨਾ ਚਾਹਾਂਗਾ ਜਲੰਧਰ ਦੀ ਐਡਮਿਨਿਸਟ੍ਰੇਸ਼ਨ ਦਾ। ਆਈ ਥਿੰਕ ਵੀ ਕੈਨ ਫੀਲ ਪ੍ਰਾਊਡ ਕਿ ਸਾਡੇ ਜੋ DC ਸਾਹਿਬ ਹੈ ਮਿਸਟਰ ਵਰਿੰਦਰ ਸ਼ਰਮਾ ਔਰ ਜੋ ਕਮਿਸ਼ਨਰ ਪੁਲਿਸ ਮਿਸਟਰ ਪੁਲਰ ਹੈ,
ਦੇ ਆਰ ਡੂਇੰਗ ਐਗਜ਼ੈਂਪਲਰੀ ਰੋਲ। ਮੈਂ ਉਹਨਾਂ ਦੀ ਇਮੇਜ ਦੇਖਦਾ ਰਹਿੰਦਾ, 12 ਵਜੇ ਤੱਕ ਉਹ ਕੰਮ ਕਰਦੇ ਆ, ਸਵੇਰੇ 4:30 5 ਵਜੇ ਫਿਰ ਉਹਨਾਂ ਦੀ ਨੋਟੀਫਿਕੇਸ਼ਨ ਆਉਣੀ ਸ਼ੁਰੂ ਹੁੰਦੀ ਹੈ। ਮੈਂ ਤਾਂ ਸੋਚਦਾ ਕਿ ਇਹ ਸੌਂਦੇ ਕਿਦੋਂ ਹੋਣੇ ਦੋਨੋਂ ਆਫਿਸਰਸ, ਨਾਟ ਓਨਲੀ ਥੀਸ 2 ਆਫਿਸਰਸ, ਬਾਕੀ ਜਿਹੜਾ ਮੈਡੀਕਲ ਜਿੰਨੇ ਵੀ ਕੋਵਿਡ ਫਾਈਟਰਸ ਆ, ਆਈ ਮਸਟ ਕੰਪਲੀਮੈਂਟ ਦੈਮ ਕਿ ਦੇ ਆਰ ਡੂਇੰਗ ਅ ਗ੍ਰੇਟ ਜੌਬ। ਅਸੀਂ ਵੀ ਮੋਢੇ ਦੇ ਨਾਲ ਮੋਢਾ ਲਗਾ ਕੇ ਉਹਨਾਂ ਨਾਲ ਹੈ। ਜੋ ਵੀ ਸੋਸ਼ਲੀ ਅਸੀਂ PKF ਦੇ ਵਿੱਚ ਅਸੀਂ ਬਿਲੀਵ ਕਰਦੇ ਹਾਂ ਕਿ ਸਾਡਾ ਸੋਸ਼ਲ ਰਿਸਪੌਂਸਿਬਿਲਟੀ ਬਹੁਤ ਹੈ, ਔਰ ਅਸੀਂ ਹੁਣ ਤੋਂ ਨਹੀਂ, ਅਸੀਂ 50 ਸਾਲਾਂ ਤੋਂ ਆਪਣਾ ਪ੍ਰੋਫਿਟ ਦਾ, ਜਿੱਦਾਂ ਸਿੱਖ ਧਰਮ 'ਚ ਕਿਹਾ ਗਿਆ ਦਸੌਣ ਦਿਓ, ਤਾਂ ਅਸੀਂ ਵੀ ਆਪਣਾ ਪ੍ਰੋਫਿਟ ਦਾ ਆਲਮੋਸਟ 5% ਤੋਂ ਜ਼ਿਆਦਾ ਨੈਟ ਪ੍ਰੋਫਿਟ ਦਾ ਅਸੀਂ ਸੋਸ਼ਲ ਵਰਕ ਦੇ ਵਿੱਚ ਲਗਾਈਦਾ। ਹੁਣ ਵੀ ਅਸੀਂ ਕੋਵਿਡ ਦੇ ਵਿੱਚ ਵੀ ਕਾਫੀ ਐਡਮਿਨਿਸਟ੍ਰੇਸ਼ਨ ਦੀ ਵੀ ਹੈਲਪ ਜਿੰਨਾ ਕੁ ਸਾਡਾ ਬੰਦਾ ਹੈ ਹੋਰਾਂ ਕੋਲੋਂ ਵੀ ਅਸੀਂ ਕੰਟਰੀਬਿਊਟ ਲੈ ਕੇ ਅੱਗੇ ਵੀ ਦੇ ਰਹੇ ਹਾਂ ਔਰ ਕਰਦੇ ਰਹਾਂਗੇ, ਕਿਉਂਕਿ ਐਜ਼ ਏ ਬਿਜ਼ਨਸ ਹਾਊਸ ਆਈ ਫੀਲ ਕਿ ਸਾਡਾ ਫੋਰਮੋਸਟ ਫਰਜ਼ ਹੈ ਕਿ ਜੋ ਐਡਮਿਨਿਸਟ੍ਰੇਸ਼ਨ ਲੋਕਲ ਕਰ ਰਹੀ ਹੈ ਜਾਂ ਗਵਰਨਮੈਂਟ ਹੋ ਰਹੀ ਹੈ, ਅਸੀਂ ਉਹਨਾਂ ਦੇ ਨਾਲ ਪੂਰਾ ਸਹਿਯੋਗ ਦਈਏ। ਆਉਣ ਵਾਲੇ ਵਕਤ ਦੇ ਵਿੱਚ ਕਹਿਣਾ ਬੜਾ ਮੁਸ਼ਕਿਲ ਹੈ ਕਿ ਕੀ ਹੋਏਗਾ, ਪਰ ਆਪ ਸ਼ੋਰ ਹੈ ਕਿ ਜੋ ਹਾਲਾਤ ਅੱਜ ਦੇ ਹੈਗੇ 1 ਸਾਲ ਲਈ ਤਾਂ ਅਸੀਂ ਪਿੱਛੇ ਪੈ ਗਏ ਹੋਏ ਹਾਂ। ਮੈਂ ਇਹ ਪੁੱਛਣ ਲੱਗਾ ਸੀਗਾ ਕਿ ਮੰਨ ਲਓ ਕਿ ਗ੍ਰਾਫ ਜਿੱਦਾਂ ਹੁਣ ਹੇਠਾਂ ਨੂੰ ਆ ਗਿਆ ਬਹੁਤ ਜ਼ਿਆਦਾ ਇੰਡਸਟਰੀ ਦਾ, ਕਿਸੇ ਵੀ ਖੇਤਰ 'ਚ ਗੱਲ ਕਰ ਲਈਏ, ਤਾਂ ਜਦੋਂ ਲੋਕਡਾਊਨ ਖੁੱਲ੍ਹੇਗਾ ਤਾਂ ਇਸ ਦਾ ਗ੍ਰਾਫ ਉੱਪਰ ਨੂੰ ਜਾਏਗਾ ਕਿ ਜਾਂ ਉਦੋਂ ਨੁਕਸਾਨ ਜ਼ਿਆਦਾ ਹੋਊਗਾ? ਤੁਹਾਡਾ ਤਜਰਬਾ ਜ਼ਿਆਦਾ, ਮੈਂ ਤੁਹਾਡੇ ਕੋਲ ਤਾਂ ਇਸ ਲਈ ਪੁੱਛ ਰਿਹਾ। ਮੈਨੂੰ ਲੱਗਦਾ ਹੈ ਕਿ ਬੰਦੇ ਨੂੰ ਪੋਜ਼ਿਟਿਵ ਥਿੰਕਿੰਗ ਕਰਨੀ ਚਾਹੀਦੀ ਹੈ। ਤੋ ਔਰ ਮੈਨੂੰ ਵੀ ਹੁਣ ਆਲਮੋਸਟ 40 ਸਾਲ ਦੇ ਉੱਤੇ ਦਾ ਬਿਜ਼ਨਸ ਦਾ ਤਜਰਬਾ ਹੋ ਗਿਆ, ਔਰ ਮੈਂ ਸਮਝਦਾ ਔਖ ਵੇਲੇ ਬੰਦਾ ਜ਼ਿਆਦਾ ਸਿੱਖਦਾ ਹੈ। ਉਹ ਸਾਡੀ ਟੀਮ ਜਿਹੜੀ PKF ਦੀ ਟੀਮ ਵੀ ਹੈ, ਉਹ ਬੜੀ ਅੱਛੀ ਐਡਮਿਨਿਸਟ੍ਰੇਸ਼ਨ ਲੋਕਲ ਵਾਲਿਆਂ ਨੇ ਸਾਨੂੰ ਅਲਾਓ ਵੀ ਕਰਤਾ ਹੈ ਐਸ ਬੈਂਕਸ ਕਿ ਵੀ ਸਵੇਰੇ ਅਸੀਂ 7 ਵਜੇ ਤੋਂ ਲੈ ਕੇ 3 ਵਜੇ ਤੱਕ ਕੰਮ ਕਰ ਸਕਦੇ ਹਾਂ, ਔਰ ਸਾਡੇ ਸਾਰੇ ਟੀਮ ਮੈਂਬਰਸ ਲੱਗੇ ਹੋਏ, ਅਸੀਂ ਕਸਟਮਰਸ ਨੂੰ ਵੀ ਫੋਨ ਕਰੀਦਾ। ਸੋ ਮੈਂ ਸਮਝਦਾ ਬੜੀ ਐਕਸਾਈਟਮੈਂਟ ਹੈ। ਕੋਵਿਡ ਲੋਕਡਾਊਨ ਤਾਂ ਬੜੀ ਲੰਬੀ ਲੜਾਈ ਹੈ, ਹੋ ਸਕਦਾ 6 ਮਹੀਨੇ ਲੱਗੇ, ਸਾਲ ਹੈ, ਪਰ ਅਸੀਂ ਬੜੇ ਯਕੀਨ ਹੈ ਕਿਉਂਕਿ ਟਰਾਂਸਪੋਰਟ ਨੂੰ ਤਾਂ ਪੂਰੀ ਖੁੱਲੀ ਛੁੱਟ ਮਿਲੀ ਹੋਈ ਹੈ ਸਾਨੂੰ ਪੂਰਾ, ਕਿਉਂਕਿ ਕੋਈ ਵੀ ਬਿਮਾਰੀ ਹੁੰਦੀ ਹੈ, ਜਿੱਦਾਂ ਕੈਂਸਰ ਵੀ ਹੁੰਦਾ ਤਾਂ ਕਹਿੰਦੇ, ਮੈਨੂੰ ਯਾਦ ਹੈ ਕਿ ਡਾਕਟਰ ਸਾਹਿਬ ਸਾਡੇ ਡਾਕਟਰ ਸ਼ਰਮਾ ਉਹ ਕਹਿੰਦੇ ਸੀ ਪਹਿਲੇ ਤਾਂ ਬੰਦੇ ਨੂੰ ਨਿਊਜ਼ ਸੁਣ ਕੇ ਸ਼ੌਕ ਲੱਗਦਾ, ਉਹਦੇ ਬਾਅਦ ਅਸੈਪਟੈਂਸ ਹੁੰਦੀ ਹੈ ਕਿ ਵੀ ਆਹ ਬਿਮਾਰੀ ਹੋ ਗਈ, ਉਹਦੇ ਬਾਅਦ ਫਿਰ ਬੰਦਾ ਨੋਰਮਲ ਲਿਵਿੰਗ ਦੇ ਉੱਤੇ ਆ ਜਾਂਦਾ। ਆਈ ਥਿੰਕ ਸ਼ੌਕ ਵਾਲਾ ਟਾਈਮ ਜਿਹੜਾ ਮਾਰਚ ਤੋਂ ਲੈ ਕੇ ਮਹੀਨੇ 1.5 ਮਹੀਨੇ ਸ਼ੌਕ ਤਾਂ ਅਸੀਂ ਸਾਰੇ ਓਵਰ ਹੋ ਰਹੇ ਹਾਂ। ਹੁਣ ਤਾਂ ਅਸੈਪਟੇਬਿਲਿਟੀ ਹੋ ਰਹੀ ਹੈ ਕਿ ਕੋਵਿਡ ਨਾਲ ਸਾਨੂੰ ਰਹਿਣਾ ਹੀ ਪਏਗਾ। ਮੈਨੂੰ ਲੱਗਦਾ ਅਸੀਂ ਤਾਂ PKF ਦੇ ਵਿੱਚ ਤਾਂ ਅਸੀਂ ਪੂਰੀ ਤਿਆਰੀ ਕਮਰ ਕੱਸ ਲਈ ਹੈ ਕਿ ਅਸੀਂ ਬਿਜ਼ਨਸ ਵਧਾਉਣਾ ਹੀ ਵਧਾਉਣਾ, ਲੋਕਾਂ ਦੀ ਸੇਵਾ ਕਰਨੀ ਹੈ, ਐਂਡ ਆਈ ਫੀਲ ਕਿ ਦਿਸ ਇਜ਼ ਦਾ ਰਾਈਟ ਓਪਰਚੁਨਿਟੀ। ਅਸੀਂ ਬਹੁਤ ਕੁਝ ਸਿੱਖਿਆ ਕਿ 1.5 ਮਹੀਨੇ ਵਿੱਚ ਲੋਕਡਾਊਨ 'ਚ ਘਰ ਬੈਠ ਕੇ, ਔਰ ਅਸੀਂ ਪੂਰਾ ਸਾਨੂੰ ਯਕੀਨ ਹੈ ਕਿ ਅਸੀਂ ਜ਼ਰੂਰ ਅੱਗੇ ਨਾਲੋਂ ਜ਼ਿਆਦਾ ਕੰਮ ਕਰਾਂਗੇ, ਔਰ ਜੋ ਵੀ ਨੇਸ਼ਨ ਬਿਲਡਿੰਗ 'ਚ ਹੋਗੀ ਟੈਕਸ, ਕਿਉਂਕਿ ਅਸੀਂ ਟੈਕਸ ਪੇਇੰਗ ਕੰਪਨੀ ਹੈ ਫॉर द ਲਾਸਟ 60 years। ਵੀ ਆਰ ਵਨ ਆਫ ਦ ਵੈਰੀ ਫਿਊ ਕੰਪਨੀ ਜਿਹੜੀ ਪ੍ਰੋਫਿਟ ਮੇਕਿੰਗ ਡਿਵੀਡੈਂਡ ਕੰਪਨੀ ਕੰਟੀਨਿਊਸਲੀ ਫॉर द ਲਾਸਟ 62 years। ਤਾਂ ਐਕਸਚੇਕਰ ਨੂੰ ਅਸੀਂ ਟੈਕਸ ਦੇਈਦਾ, ਔਰ ਅਸੀਂ ਕਮਾਵਾਂਗੇ ਵੀ ਔਰ ਟੈਕਸ ਵੀ ਦੇਵਾਂਗੇ। ਮੈਨੂੰ ਤੁਹਾਡੇ ਨਾਲ ਗੱਲ ਕਰਕੇ ਐਂ ਲੱਗ ਰਿਹਾ ਕਿ ਤੁਸੀਂ ਬੜੀ ਪੋਜ਼ਿਟਿਵ ਤਰੀਕੇ ਨਾਲ ਬੈਠੇ ਹੋ ਤੇ ਯੋਧਾ ਬਣ ਕੇ ਬੈਠੇ ਹੋ ਕਿ ਜੇ ਕਰੋਨਾ ਹੁਣ ਆ ਜਾਏ ਤਾਂ ਆਪਾਂ ਲੜਨ ਲਈ ਤਿਆਰ ਬੈਠੇ ਹਾਂ। ਤਾਂ ਤੁਸੀਂ ਵੱਖ-ਵੱਖ ਸੰਸਥਾਵਾਂ ਦੇ ਨਾਲ ਵੀ ਜੁੜੇ ਹੋ, ਮੈਨੂੰ ਲੱਗਦਾ 10 ਤੋਂ ਵੱਧ ਸੰਸਥਾਵਾਂ ਜਿਹੜੀਆਂ ਵੱਡੀਆਂ ਹੈਗੀਆਂ ਨੇ ਪੰਜਾਬ ਦੀਆਂ ਜਾਂ ਦੇਸ਼ ਦੀਆਂ, ਉਹਨਾਂ ਨਾਲ ਤੁਸੀਂ ਜੁੜੇ ਹੋ, ਤਾਂ ਉਹਨਾਂ ਦੇ ਵਿੱਚ ਵੀ ਇਹੀ ਪੋਜ਼ਿਟਿਵਿਟੀ ਹੈ ਕਿ ਜਾਂ ਉਹਨਾਂ 'ਚ ਪੈਨਿਕ ਕ੍ਰੀਏਟ ਹੋ ਰਿਹਾ ਕਿਸੇ ਕਿਸਮ ਦਾ? ਐਵੇਂ ਜਿਹਨਾਂ ਨੇ ਤਰੱਕੀ ਕਰਨੀ ਹੈ ਉਹ ਸਦਾ ਪੋਜ਼ਿਟਿਵ ਸੋਚਦੇ ਹੈ, ਜਿਨ੍ਹਾਂ ਨੇ ਤਰੱਕੀ ਨਹੀਂ ਕਰਨੀ ਉਹਨਾਂ ਨੇ ਕੋਈ ਨਾ ਕੋਈ ਨੁਕਸ ਕੱਢਣਾ ਹੀ ਕਰਨਾ ਹੈ। ਸੋ ਦੈਟ ਅਪਲਾਈਜ਼ ਨਾਟ ਓਨਲੀ ਟੂ ਫਾਈਨੈਂਸ, ਦੈਟ ਅਪਲਾਈਜ਼ ਨੋਰਮਲੀ ਟੂ ਐਵਰੀਥਿੰਗ। ਸੋ ਬੜੀ ਅੱਛੀ ਸੇਇੰਗ ਹੈ ਕਿ ਜੇ ਤੁਸੀਂ ਕੋਵਿਡ ਦੀ ਗੱਲ ਕਰੋ ਔਰ ਡਾਕਟਰਸ ਦੀ ਗੱਲ ਸੁਣੋ, ਸਾਰਿਆਂ ਦੀ ਗੱਲ ਸੁਣੋ, ਤਾਂ 2 ਤਰੀਕੇ ਹੈ। ਜਦੋਂ ਕਹਿੰਦੇ ਵਾਇਰਸ ਹੀ ਹੈ, ਇਟ ਇਜ਼ ਮੋਰ ਆਫ ਅ ਵਾਇਰਸ। 2 ਤਰੀਕੇ ਹੈ, ਇੱਕ ਤਾਂ ਹੈ ਕਿ ਡਰ ਕੇ ਤੁਸੀਂ ਘਰ ਬੈਠ ਜਾਓ, ਜੇ ਤੁਹਾਡੇ 'ਤੇ ਕੋਈ ਦੁਸ਼ਮਣ ਅਟੈਕ ਕਰਦਾ ਤਾਂ ਤੁਸੀਂ ਵੀਕ ਹੈਗੇ ਤਾਂ ਤੁਸੀਂ ਅਟੈਕ ਦੇ ਵਿੱਚ ਮਾਰੇ ਜਾਓਗੇ। ਦੂਸਰਾ ਹੈ ਕਿ ਤੁਸੀਂ ਆਪਣੀ ਹੈਲਥ ਨੂੰ ਦੇਖੋ, ਆਪਣੀ ਸਿਹਤ ਨੂੰ ਦੇਖੋ, ਪ੍ਰੀਕਾਸ਼ਨਸ ਲਓ। ਪ੍ਰੀਕਾਸ਼ਨ ਲੈਣਾ ਬੜਾ ਜ਼ਰੂਰੀ ਹੈ, ਪਰ ਆਹ ਸੋਚ ਕੇ ਚੱਲੋ ਕਿ ਮੈਨੂੰ ਕੋਵਿਡ ਹੋ ਜਾਣਾ ਹੈ ਔਰ ਮੈਂ ਉਹਦੀ ਐਸੀ ਤੈਸੀ ਫਿਰ ਦੇਣੀ ਹੈ। ਸੋ ਇਸ ਸਪਿਰਿਟ ਨਾਲ ਸਾਨੂੰ ਚੱਲਣਾ ਪੈਣਾ, ਔਰ ਕਿਉਂ ਨਹੀਂ ਹਰਾਵਾਂਗੇ, ਅਸੀਂ ਲੜਾਈ ਜਿੱਤਾਂਗੇ ਸਾਰੇ ਜਣੇ, ਕਿਉਂਕਿ ਅਸੀਂ ਤਾਂ ਚਲੋ ਪੰਜਾਬੀ ਹੈਗੇ ਪਰ ਦੇਸ਼ਵਾਸੀ ਵੀ ਅਸੀਂ ਬੜੇ ਤਕੜੇ ਹੈਗੇ। ਵੀ ਵਿਲ ਫਾਈਟ ਇਟ ਆਊਟ। ਔਰ ਜਿੱਦਾਂ ਗਵਰਨਮੈਂਟ ਦਾ ਫਸਟ ਟਾਈਮ ਮੈਂ ਦੇਖਿਆ ਕਿ ਸੈਂਟਰ ਤੋਂ ਸਟੇਟ ਤੋਂ ਲੈ ਕੇ ਲੋਕਲ ਐਡਮਿਨਿਸਟ੍ਰੇਸ਼ਨ ਕੰਧੇ ਤੋਂ ਕੰਧਾ ਲੈ ਕੇ ਫਸਟ ਟਾਈਮ ਸਾਨੂੰ ਰਿਅਲਾਈਜ਼ ਹੋਣਾ ਸ਼ੁਰੂ ਹੋਇਆ ਕਿ ਗਵਰਨਮੈਂਟ ਕੈਨ ਪਲੇ ਅ ਵੈਰੀ ਯੂਜ਼ਫੁਲ ਰੋਲ ਵਿਚ ਗਵਰਨਮੈਂਟ ਇਜ਼ ਪਲੇਇੰਗ। ਸੋ ਆਉਣ ਵਾਲੇ ਵਕਤ ਦੇ ਵਿੱਚ ਲੋਟ ਆਫ ਐਕਸਾਈਟਮੈਂਟ। ਆਈ ਐਮ ਸ਼ੋਰ ਵੀ ਹੈਵ ਟੂ ਲੁੱਕ ਆਫਟਰ ਆ ਹੈਲਥ। ਆਪਾਂ ਨੂੰ ਸਿਹਤ ਸਭ ਨੂੰ ਪਹਿਲੇ ਦੇਖਣੀ ਹੈ,
ਔਰ ਕੋਵਿਡ ਦੀ ਤਾਂ ਐਸ ਕਿਤੇ ਅਸੀਂ ਫੇਰਾਂਗੇ ਸਾਰੇ ਜਣੇ। ਲਾਸਟ ਵਿੱਚ ਮੈਂ ਇਹੀ ਪੁੱਛਣਾ ਚਾਹੁੰਦਾ, ਤੁਸੀਂ ਸਰਕਾਰ ਦੀ ਗੱਲ ਕਰ ਹੀ ਦਿੱਤੀ, ਸਰਕਾਰ ਦੀ ਗਵਰਨਮੈਂਟ ਪਾਲਿਸੀਜ਼ ਹੈਗੀਆਂ ਨੇ ਜਿਹੜੀਆਂ ਤੁਹਾਡੀ ਇੰਡਸਟਰੀ ਨੂੰ ਲੈ ਕੇ, ਤਾਂ ਇਸ ਤੋਂ ਤੁਸੀਂ ਖੁਸ਼ ਹੋ ਜਾਂ ਪਾਲਿਸੀਜ਼ ਕਿਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ? ਦੇਖੋ ਬੜਾ ਅੱਛਾ ਸੈਂਟਰਲ ਗਵਰਨਮੈਂਟ ਨੇ ਕਿਹਾ ਕਿ 20 ਲੱਖ ਕਰੋੜ ਦਾ ਪੈਕੇਜ ਦੇਵਾਂਗੇ, ਪਰ ਜੇ ਅਸੀਂ ਐਨਾਲਾਈਜ਼ ਕਰ ਰਹੇ ਸੀ ਕਿ 20 ਲੱਖ ਕਰੋੜ ਦੇ ਵਿੱਚੋਂ ਐਕਚੁਅਲੀ ਗਵਰਨਮੈਂਟ ਨੇ ਆਪਣੀ ਬੈਲੈਂਸ ਸ਼ੀਟ ਦੇ ਵਿੱਚ ਤਾਂ ਕੋਈ ਖਰਚਾ ਨਹੀਂ ਲਿੱਤਾ, ਬੈਂਕਾਂ ਨੂੰ ਕਿਹਾ ਅੱਗੇ। ਔਰ ਜੇ ਗਵਰਨਮੈਂਟ ਨੂੰ ਵੀ ਪਤਾ ਹੈ ਕਿ ਬੈਂਕ ਆਲਮੋਸਟ 80% ਸਿੱਖ ਹੋਏ ਜਿਹੜੇ ਗਵਰਨਮੈਂਟ ਦੇ ਬੈਂਕ ਹੈਗੇ, ਉਹਨਾਂ ਕੋਲ ਅੱਗੇ ਹੀ ਸਾਹ ਸੱਤ ਨਹੀਂ ਹੈਗਾ, ਉਹਨਾਂ ਨੂੰ ਕਿੱਦਾਂ ਉਹ ਕਹਿੰਦੇ ਤੁਸੀਂ ਅੱਗੇ ਪੈਸੇ ਦੇ ਦਿਓਗੇ। ਮੈਂ ਤੁਹਾਨੂੰ ਛੋਟਾ ਜਿਹਾ ਇੰਸਟੈਂਸ ਦੱਸਦਾ, ਬੈਂਕ ਵਾਲੇ ਕਿੰਨੇ ਹੈਜ਼ੀਟੈਂਟ ਆ ਅੱਗੇ ਪੈਸੇ ਦੇਣ ਨੂੰ। ਪਿਛਲੀ ਵਾਰੀ ਮੇਰਾ ਖਿਆਲ ਅਪ੍ਰੈਲ ਦੇ ਵਿੱਚ ਆਇਆ ਸੀਗਾ TLRO ਕਿ ਇਹਨਾਂ ਨੇ ਪੈਸੇ RBI ਕੋਲੋਂ ਲੈ ਕੇ ਗਵਰਨਮੈਂਟ ਨੇ ਕਿਹਾ ਤੁਸੀਂ 30,000 ਕਰੋੜ ਦੇਣਾ ਅੱਗੇ MSME ਸੈਕਟਰ ਨੂੰ, ਉਹਦਾ 50% ਜਾਣਾ ਸੀਗਾ MSME। ਬੈਂਕਸ ਨੇ ਬਿਡ ਹੀ ਨਹੀਂ ਕੀਤਾ, 4% ਨੇ ਰੈਪੋ ਰੇਟ ਤੇ RBI ਨੇ ਉਹਨਾਂ ਨੂੰ ਬੈਂਕਸ ਨੂੰ ਕਿਹਾ ਸੀ ਤੁਸੀਂ ਸਾਡੇ ਕੋਲ ਲੈ ਕੇ MSME ਸੈਕਟਰ ਨੂੰ ਦਿਓ। ਗਵਰਨਮੈਂਟ ਨੇ ਪੈਸੇ ਨਹੀਂ ਲਿੱਤੇ ਬਿਕੋਜ਼ ਦੇ ਡੋਂਟ ਵਾਂਟ ਟੂ ਲੈਂਡ ਇਟ ਟੂ MSME ਸੈਕਟਰ। ਸੋ ਆਈ ਥਿੰਕ ਗਵਰਨਮੈਂਟ ਨੂੰ ਕੁਛ ਨਾ ਕੁਛ ਬੈਂਕਾਂ ਨੂੰ ਹੈਂਡਸ, ਪਰ ਬੈਂਕਾਂ ਤੋਂ ਜ਼ਿਆਦਾ ਬੈਂਕ ਇਜ਼ ਆਲਸੋ ਕਮਰਸ਼ੀਅਲ ਆਰਗੇਨਾਈਜੇਸ਼ਨ, ਉਹਨਾਂ ਨੇ ਵੀ ਬੋਰੋ ਲੈਂਡਿੰਗ ਕਰਨੀ ਹੈ। ਉਹ ਬੈਂਕ 'ਚ ਫੇਲ ਹੋ ਜਾਊਗਾ ਫਿਰ ਤੁਹਾਡਾ ਮੇਰਾ ਪੈਸਾ ਐਕਸਚੇਕਰ ਦਾ ਜਾਊਗਾ, ਕਿਉਂਕਿ ਟੈਕਸ ਦੇ ਵਿੱਚ ਜੇ ਤੁਸੀਂ ਕਿਸੇ ਬੈਂਕ ਨੂੰ ਬੇਲ ਆਊਟ ਕਰੋਗੇ ਤਾਂ ਟੈਕਸ ਮਨੀ ਜਾਂਦਾ ਹੈਗਾ। ਉਸ ਨੂੰ ਚੰਗਾ ਤਾਂ ਗਵਰਨਮੈਂਟ ਆਪਣੇ ਆਪ ਹੀ ਪੈਸੇ ਲੈਂਡ ਕਰਨਾ ਸ਼ੁਰੂ ਕਰੇ। ਸੋ ਦ ਨੀਡ ਆਫ ਦਾ ਆਵਰ ਇਜ਼ ਕਿ ਉਹ ਜਿਹੜੇ ਵੀ ਪੈਕੇਜ ਆ ਰਹੇ ਆ, ਮੈਨੂੰ ਨਹੀਂ ਦਿਖ ਰਿਹਾ ਉਹਦੇ ਵਿੱਚ ਕਿ ਗਵਰਨਮੈਂਟ ਨੇ ਆਪਣੀ ਬੈਲੈਂਸ ਸ਼ੀਟ ਦੇ ਸਵਾਏ ਕਿ ਵੀ TDS ਦੇ ਵਿੱਚੋਂ 7.5% ਕਰ ਦਿਓ, ਉਹ ਵੀ ਸ਼ਾਰਟ ਟਰਮ ਈਅਰ ਆ, ਉਹਦੇ ਵਿੱਚੋਂ ਪੈਸੇ ਦਾ ਜੋ ਟੈਕਸ ਲੈਬ ਉਹਦੇ ਦੇਣੇ ਹੀ ਪੈਣੇ ਆ। ਸੋ ਨੀਡ ਆਫ ਦਾ ਆਵਰ ਇਜ਼ ਕਿ ਗਵਰਨਮੈਂਟ ਆਪਣੇ ਵੱਲੋਂ ਸਬਸਿਡੀ ਦੇ ਰਹੇ ਸਭ ਨਾਲੋਂ ਜ਼ਿਆਦਾ MSME ਸੈਕਟਰ, ਜੋ ਸਪੈਸ਼ਲੀ ਜਲੰਧਰ ਦੀ ਇੰਡਸਟਰੀ ਹੈ, ਕਿਉਂਕਿ ਮੈਂ ਬੜੀ ਆਰਗੇਨਾਈਜੇਸ਼ਨ ਨਾਲ ਜੁੜਿਆ ਹੋਇਆ, ਉਹ ਮੈਂ ਸਮਝਦਾ ਇੰਨੀ ਪੇਨ ਹੈ ਇੰਡਸਟਰੀ ਨੂੰ, ਗਵਰਨਮੈਂਟ ਇਜ਼ ਨਾਟ ਰਿਅਲਾਈਜ਼ਿੰਗ। ਪਹਿਲੇ ਤਾਂ ਗਵਰਨਮੈਂਟ ਨੇ ਥੋੜ੍ਹਾ ਜਿਹਾ ਗਲਤ ਕਰ ਲਿਆ, ਮੈਂ ਨਹੀਂ ਕਹਾਂਗਾ ਗਲਤ ਕੀਤਾ ਜਾਂ ਠੀਕ ਕੀਤਾ, ਬਟ ਕਿ ਪਹਿਲੇ ਤਾਂ ਟਿਕਟਾਂ ਅਸੀਂ ਅਨਾਊਂਸ ਕਰ ਦਿੱਤੀਆਂ ਕਿ ਫ੍ਰੀ ਟਿਕਟਸ ਦੇ ਦਿਓ ਆਪਣੇ ਵਰਕਰਸ ਨੂੰ ਜਾਣ ਨੂੰ, ਵੀ ਵਰਕਰਸ ਨਹੀਂ ਹੋ ਗਏ, ਉਹ ਏਜੰਡਾ ਪੁਰਾਣਾ ਹੋ ਗਿਆ। ਆਈ ਐਮ ਸ਼ੋਰ ਦੇਰ ਇਜ਼ ਅ ਰਿਅਲਾਈਜੇਸ਼ਨ। ਸੋ ਬੇਸਿਕਲੀ ਨੀਡ ਆਫ ਦਾ ਆਵਰ ਇਜ਼ ਕਿ ਨਹੀਂ ਫ੍ਰੀ ਟਿਕਟਾਂ ਨਹੀਂ ਦੇਈਏ, ਫ੍ਰੀ ਵਾਲਾ ਜ਼ਮਾਨਾ ਖਤਮ ਕਰੀਏ। ਸਬਸਿਡੀਜ਼ ਦੇ ਨਾਲ ਕੋਈ ਗਵਰਨਮੈਂਟ ਨਹੀਂ ਚੱਲੀ, ਕੋਈ ਇਕੋਨਮੀ ਨਹੀਂ ਚੱਲਦੀ। ਸੋ ਬੇਸਿਕਲੀ ਤੁਸੀਂ ਉਹਨਾਂ ਨੂੰ ਕਹੋਗੇ ਵੀ ਕੰਮ 'ਤੇ ਜਾਓ, ਤੁਹਾਨੂੰ ਹੋਰ ਇਨਸੈਂਟਿਵ ਦੇਵਾਂਗੇ, ਥਰੂ ਇੰਡਸਟਰੀਅਲਿਸਟ ਇਨਸੈਂਟਿਵ ਦਿਓ ਤੁਸੀਂ ਉਹਨਾਂ ਨੂੰ, ਆਪਣੇ ਵਰਕਰਸ ਨੂੰ, ਕਿ ਵੀ ਤੁਸੀਂ ਆਪਣਾ ਕੰਮ ਕਰੋਗੇ ਤਾਂ ਤੁਹਾਨੂੰ 10% ਬੋਨਸ ਮਿਲੇਗਾ, ਰਾਦਰ ਦੈਨ ਗਿਵਿੰਗ ਦੈਮ ਫ੍ਰੀ ਟਿਕਟਸ। ਐਨਕਰੇਜ ਦੈਮ ਟੂ ਗੋ ਐਂਡ ਵਰਕ। ਸੋ ਵਿਹਲੀਆਂ ਖਾ ਕੇ ਜੇ ਅਸੀਂ ਵੀ ਬੜੇ ਸਾਡੀ ਮਾਨਵ ਸਿਵਲ ਸੁਸਾਇਟੀ ਨਾਲ ਅਸੀਂ ਬੜੇ ਪੈਕੇਜਿਸ ਲੈ ਕੇ ਗਵਰਨਮੈਂਟ ਦੇ ਥਰੂ ਵੀ ਦਿੱਤੇ, ਡਾਇਰੈਕਟਲੀ ਵੀ ਦਿੱਤੇ, ਫਿਰ ਅਸੀਂ ਰਿਅਲਾਈਜ਼ ਕੀਤਾ ਕਿ ਇੱਕ ਘਰ 'ਚ 5 ਪੈਕੇਜ ਜਾ ਰਹੇ ਆ, ਦੈਟ ਇਜ਼ ਨਾਟ ਦ ਸੋਲਿਊਸ਼ਨ। ਸੋ ਬੇਸਿਕਲੀ ਸੋਲਿਊਸ਼ਨ ਲਾਈਜ਼ ਇਨ ਇਨਕਰੇਜਿੰਗ ਪੀਪਲ ਟੂ ਫਾਈਟ, ਟੂ ਵਰਕ। ਸੋ ਬੈਠ ਕੇ ਵਿਹਲੀਆਂ ਬੈਠ ਕੇ ਅਸੀਂ ਜਿੰਨਾ ਮਰਜ਼ੀ ਕਰੀ ਚੱਲੀਏ, ਜਿਨ੍ਹਾਂ ਨੇ ਕੰਮ ਕਰਨਾ ਉਹਨਾਂ ਨੂੰ ਆਟਾ ਮਿਲੇ ਨਾ ਮਿਲੇ ਉਹਨਾਂ ਨੇ ਕੰਮ ਕਰਨਾ ਹੈ, ਜਿਹੜੇ ਵਿਹਲੇ ਹੈਗੇ ਉਹਨਾਂ ਨੂੰ ਆਟਾ ਦੇ ਦਿਓ, ਉਹਨਾਂ ਨੇ ਤਾਂ ਵੀ ਨਹੀਂ ਕੰਮ ਕਰਨਾ। ਸੋ ਬੇਸਿਕਲੀ ਆਈ ਥਿੰਕ ਐਜ਼ ਏ ਗਵਰਨਮੈਂਟ ਵੀ ਹੈਵ ਟੂ ਇਨਕਰੇਜ। ਸਾਡੀ ਬੜੀ ਡਿਮਾਂਡਸ ਹੈਗੀਆਂ ਕਿਉਂਕਿ ਸਾਨੂੰ ਪੈਸੇ ਨਹੀਂ ਮਿਲਦੇ ਪਏ, ਔਰ MSME ਸੈਕਟਰ ਔਰ ਇੰਡਸਟਰੀ ਨੂੰ ਨਹੀਂ ਪੈਸੇ ਪਹੁੰਚ ਰਹੇ। ਗਵਰਨਮੈਂਟ ਅਨਾਊਂਸਮੈਂਟ ਕਰ ਰਹੀ ਹੈ ਪਰ ਬੈਂਕ ਅੱਗੇ ਨਹੀਂ ਦੇ ਰਹੇ। ਸੋ ਦੇयर ਸ਼ੁੱਡ ਬੀ ਸਮ ਆਡਿਟ ਔਨ ਵੀਕਲੀ। ਪਿੱਛੇ ਮੈਡਮ ਸੀਤਾਰਾਮਨ ਨੇ ਕਿਹਾ ਕਿ ਅਸੀਂ ਹੁਣ ਆਡਿਟਿੰਗ ਕਰ ਰਹੇ ਹਾਂ, ਉਹਨਾਂ ਦੇ ਸੈਕਟਰੀ ਲੱਗੇ ਹੋਏ ਆ। ਦੇयर ਇਜ਼ ਅ ਨੀਡ ਟੂ ਮੋਨੀਟਰ ਆਲ ਦਿਸ। ਸਾਡੇ ਅਨੁਰਾਗ ਜੀ ਬੜੇ ਅੱਛੇ ਇੱਥੋਂ ਨਾਰਥ ਇੰਡੀਆ ਤੋਂ ਗਏ ਹੋਏ ਆ, ਤਾਂ ਉਹਨਾਂ ਨੇ ਵੀ ਕਿਹਾ ਅਸੀਂ ਮੋਨੀਟਰ ਕਰ ਰਹੇ ਹਾਂ ਡੇ ਟੂ ਡੇ। ਆਈ ਮਸਟ ਕੰਪਲੀਮੈਂਟ ਕਿ ਗਵਰਨਮੈਂਟ ਨੂੰ ਅਵੇਅਰਨੈਸ ਹੈ ਕਿ ਜੋ ਅਨਾਊਂਸਮੈਂਟਸ ਹੋ ਰਹੀਆਂ ਅੱਗੇ ਪਾਸ ਆਨ ਨਹੀਂ ਹੋ ਰਹੀਆਂ। ਦ ਨੀਡ ਆਫ ਦਾ ਆਵਰ ਇਜ਼ ਜੋ ਅਨਾਊਂਸਮੈਂਟਸ ਹੋ ਰਹੀਆਂ ਉਹ ਰਿਜ਼ਲਟਸ ਨਿਕਲਣ ਉਹਦੇ 'ਚ। ਔਰ ਇਹਨਾਂ ਨੂੰ ਇੰਡਸਟਰੀਜ਼ ਕੋਲੋਂ ਜ਼ਰੂਰ ਫੀਡਬੈਕ ਲੈਂਦੇ ਰਹਿਣੀ ਚਾਹੀਦੀ ਹੈ ਕਿ ਵੀ ਤੁਹਾਡੇ ਕੋਲ ਕੀ ਪਹੁੰਚਿਆ, ਐਂਡ ਵੀਕਲੀ ਬੇਸਿਸ 'ਤੇ ਫੀਡਬੈਕ ਲੈਣਗੇ ਤਾਂ ਥਿੰਗਸ ਵਿਲ ਬੀ ਮੱਚ ਬੈਟਰ। ਧੰਨਵਾਦ ਸੋਨੀ ਸਾਹਿਬ, ਤੁਸੀਂ ਗੱਲਬਾਤ ਸਾਡੇ ਨਾਲ ਕੀਤੀ। ਸੋ ਇਸ ਸਮੇਂ ਦੇ ਵਿੱਚ ਪੋਜ਼ਿਟਿਵ ਹੋ ਕੇ ਰਹਿਣਾ ਹੀ ਚਾਹੀਦਾ ਆ, ਕਿਉਂਕਿ ਕਰੋਨਾ ਵਾਇਰਸ ਦੇ ਨਾਲ ਹੁਣ ਸਾਨੂੰ ਰਹਿਣਾ ਪਊਗਾ ਅਤੇ ਜੰਗ ਲਈ ਸਾਨੂੰ ਤਿਆਰ ਹੋਣਾ ਪਊਗਾ। ਜੇਕਰ ਅਸੀਂ ਵੀਕ ਪੈ ਗਏ ਜਾਂ ਅਸੀਂ ਢਿੱਲੇ ਪੈ ਗਏ ਤਾਂ ਫਿਰ ਸਾਡੇ 'ਤੇ ਜਿਹੜਾ ਆ ਕਰੋਨਾ ਜੀ ਮਨਦੀਪ ਇੱਕ ਲਾਸਟ ਪੁਆਇੰਟ ਜਿਹੜਾ ਬੜਾ ਜ਼ਰੂਰੀ ਹੈ ਉਹ ਆ ਹੈ ਕਿ ਅਕਸਰ ਸਾਰੇ ਜਿੰਨੀ ਤੁਹਾਡੇ ਇੰਟਰਵਿਊਜ਼ ਵੀ ਹੈ ਸਾਰੇ ਇੰਡਸਟਰੀਜ਼ ਨੇ ਵੀ ਕਿਹਾ, ਬਿਜ਼ਨਸ ਹਾਊਸਿਸ ਨੇ ਕਿਹਾ, ਨੀਡ ਆਫ ਦਾ ਆਵਰ ਇਜ਼ ਕਿ ਇਹਦੇ ਮੋਰੇਟੋਰੀਅਮ ਲਗਾਉਣਾ ਚਾਹੀਦਾ ਇਹਨਾਂ ਨੂੰ ਇੰਟਰਸਟ ਰੇਟ ਦੇ ਉੱਤੇ। ਜਿਹੜਾ ਚੰਗਾ ਬੰਦਾ ਉਹ ਤਾਂ ਇੰਟਰਸਟ ਦੇਣ ਨੂੰ ਤਿਆਰ ਹੈ, ਪਰ ਪ੍ਰੋਫਿਟ ਮੇਕਿੰਗ ਨਹੀਂ ਹੋਣੀ ਚਾਹੀਦੀ ਅੱਜ ਦੀ ਡੇਟ ਦੇ ਵਿੱਚ। ਸੋ MCLR ਪਹਿਲੇ ਬੇਸ ਰੇਟ ਹੁੰਦਾ ਸੀ, ਗਵਰਨਮੈਂਟ ਦਾ ਬੇਸ ਰੇਟ ਜਿਹੜਾ 7.5% ਹੈ। ਬੈਂਕ ਸ਼ੁੱਡ ਬੀ ਕੰਪੈਲਡ, ਡਾਇਰੈਕਸ਼ਨ ਸ਼ੁੱਡ ਗੋ ਟੂ ਦੈਮ ਕਿ ਤੁਸੀਂ 0.5% 1% ਮਾਰਜਨ ਲਓ। ਅੱਜ 2-3 ਮਹੀਨੇ ਜਿੰਨੀ ਇਹ ਮੋਰੇਟੋਰੀਅਮ ਚੱਲ ਰਿਹਾ ਤੁਸੀਂ MCLR 'ਤੇ ਲੈਂਡਿੰਗ ਕਰੋ। ਤਾਂ ਇੰਡਸਟਰੀਲਿਸਟ ਨੂੰ ਔਰ ਬਿਜ਼ਨਸਮੈਨਾਂ ਨੂੰ ਮੋਰੇਟੋਰੀਅਮ 'ਤੇ ਕੋਈ ਪ੍ਰੋਬਲਮ ਨਹੀਂ ਹੈ, ਰੇਟ ਆਫ ਇੰਟਰਸਟ ਦੇ ਉੱਤੇ ਪ੍ਰੋਬਲਮ ਹੈ। ਸੋ ਮੇਰੀ
ਗੁਜ਼ਾਰਿਸ਼ ਹੈ ਸਾਰਿਆਂ ਨੂੰ, ਗਵਰਨਮੈਂਟ ਨੂੰ, ਬੈਂਕਸ ਨੂੰ, ਕਿ ਅਸੀਂ ਆਪਣੇ ਲੈਵਲ ਦੇ ਤਾਂ ਅਸੀਂ ਕਰ ਦਿੱਤਾ ਹੈ, ਕਾਸਟ ਟੂ ਕਾਸਟ ਅਸੀਂ ਲੈਂਡਿੰਗ ਸ਼ੁਰੂ ਕੀਤੀ ਹੈ। ਅਸੀਂ ਤਾਂ ਚਾਹੁੰਦੇ ਹਾਂ ਸਾਡੇ ਕੋਲ ਕੋਈ ਆ ਕੇ ਲਵੇ ਤਾਂ ਸਹੀ ਔਰ ਬੰਦਿਆਂ ਦੀ ਹੈਲਪ ਕਰੀਏ। ਸੋ ਰੇਟ ਆਫ ਇੰਟਰਸਟ ਇਜ਼ ਅ ਵੈਰੀ ਬਿਗ ਇਸ਼ੂ। ਆਲਮੋਸਟ ਨੀਡ ਕਿ ਆਪਾਂ 25 ਸਬਸਿਡੀਜ਼ ਤਾਂ ਬਾਅਦ ਦੀ ਗੱਲ ਹੈ, ਪਹਿਲੇ ਰੇਟ ਆਫ ਇੰਟਰਸਟ ਤਾਂ ਡਾਊਨ ਕਰੋ ਤੁਸੀਂ, ਪ੍ਰੋਫਿਟ ਮੇਕਿੰਗ ਬੰਦ ਕਰਨ ਬੈਂਕਸ। ਧੰਨਵਾਦ ਗੱਲਬਾਤ ਕਰ ਲਈ। ਸੋ ਜਿਹੜੀਆਂ ਚੀਜ਼ਾਂ ਨੂੰ ਬੜੇ ਵਿਸਥਾਰ ਨਾਲ ਸੋਨੀ ਸਾਹਿਬ ਨੇ ਸਮਝਾਇਆ, ਤਾਂ ਉਹ ਇੰਪਲੀਮੈਂਟ ਹੋਣਗੀਆਂ ਤਾਂ ਹੀ ਇੰਡਸਟਰੀ ਦੁਬਾਰਾ ਆਪਣੀ ਲੀਹ ਦੇ ਉੱਪਰ ਆ ਸਕਦੀ ਹੈ। ਕੈਮਰਾਮੈਨ ਮੁਕੇਸ਼ ਬਾਵਾ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ ਟੀਵੀ, ਜਲੰਧਰ।